ਸਾਰਿਆਂ ਦੇ ਲੋਕਾਂ ਦੇ ਮੂਹਰੇ ਪੜਨ ਜਿਹੜਾ ਕਾਗਜ਼ ਭੇਜੇ ਆ ਉਹਨਾਂ ਨੇ। ਦੂਜਾ ਖੜਾ ਹੋਵੇ ਵੀ ਆ ਲੋ ਜੀ ਕਾਗਜ਼ ਪਾੜੇ ਆ, ਤੀਜਾ ਖੜਾ ਹੋਵੇ ਆ ਪਾੜੇ ਤੁਹਾਡੇ ਅਮੈਂਡਮੈਂਟ, ਤਿੰਨੋਂ ਦਿਨ ਵਾਪਸ ਲਾਓ ਤੇ ਇੱਥੇ ਆਓ ਸਾਡੇ ਕੋਲ। ਰਾਤ ਨੂੰ ਬੱਸਾਂ ਲੈ ਕੇ ਅਮਿਤ ਸ਼ਾਹ ਦੀ ਚਲੇ ਜਾਂਦੇ ਹੋ, ਕਦੇ ਪਿਊਸ਼ ਗੋਇਲ ਕੋਲ ਚਲੇ ਜਾਂਦੇ ਹੋ, ਕੀ ਕਰਨ ਜਾਂਦੇ ਹੋ? ਜਦੋਂ ਆਪਣਾ ਫੈਸਲਾ ਹੀ ਆ ਵੀ ਆਪਾਂ ਤਿੰਨੋਂ ਬਿੱਲ ਵਾਪਸ ਕਰਵਾਉਣੇ ਆ ਤੇ ਫਿਰ ਕਿਹੜੇ ਏਜੰਡਿਆਂ ਤੇ ਡਿਸਕਸ਼ਨ ਕਰਨੇ ਹੋ? ਕਿਹਨੂੰ ਕਦੇ ਯੈਸ ਨੂੰ ਦਿਖਾਉਂਦੇ ਆ, ਕਰਨ ਕੀ ਜਾਂਦੇ ਹੋ ਬੱਸਾਂ ਭਰ ਕੇ? ਤੇ ਤੁਹਾਡੇ ਕੋਲ ਵੀ ਬੱਸ ਲੈ ਕੇ ਸਾਡੇ ਕੋਲ ਆ ਜਾਓ, ਲੁਕਾਉਣਾ ਕੀ ਆ? ਦੱਸੋ ਤਾਂ ਸਹੀ ਨਾ ਵੀ ਅੰਦਰ ਕਿਹੜੀ ਤੁਸੀਂ ਡਿਸਕਸ਼ਨ ਕਰਦੇ ਹੋ ਜਿਹੜੀ ਸਟੇਜ ਲੱਗੀ ਆ ਉੱਥੇ। ਦੂਜੇ ਦਾ ਪੁੱਤ ਮਰਾਉਣਾ ਸੌਖਾ, ਬੜਾ ਸਵਾਦ ਆਉਂਦਾ ਦੂਜੇ ਦੇ ਲਹੂ ਡੁੱਲਦਾ ਦੇਖ ਕੇ। ਹੁਣ ਆਪਦੇ ਲਹੂ ਦੀ ਵਾਰੀ ਆ। ਉਰੇ ਲੋਕ ਜੇ ਲੈ ਕੇ ਆਏ ਹੋ ਤੇ 1-2 ਦਿਨ ਦੇ ਵਿੱਚ ਇਹ ਫੈਸਲਾ ਕਰੋ। ਤੁਸੀਂ ਇੱਕ ਸਪਸ਼ਟ ਗੱਲ ਕਰ ਦਿਓ ਅੱਜ, ਜੇ ਤੁਸੀਂ ਲੀਡਰ ਹੋ ਵੀ ਭਾਈ ਜਿੱਦਣ ਤਿੰਨੋਂ ਬਿੱਲ ਰੱਦ ਕਰੋਗੇ ਸਾਨੂੰ ਬੁਲਾਇਓ। ਜੇ ਤੁਸੀਂ ਵੀ ਕਿਸੇ ਕਰਮ ਦੇ ਹੋ ਤਾਂ ਉਹਨਾਂ ਚਿਰ ਜਾਇਓ ਨਾ। ਹੁਣ आप देख रहे हैं नवोदय टाइम्स पंजाब केसरी टीवी। केंद्र सरकार ने किसानों को लेकर एक प्रस्ताव किसानों के पास भेजा है, क्योंकि कृषि कानून को लेकर किसान जो है वो दिल्ली के बॉर्डर पर डटे हुए हैं। प्रस्ताव भेज दिया गया है। हमारे साथ कांग्रेस सांसद रवनीत सिंह बिट्टू हैं। बिट्टू साहब, कैसे देख रहे हो प्रस्ताव किसानों के पास भेज दिया गया है? ਗੱਲ ਸੁਣੋ, ਕਿੰਨੇ ਦਿਨ ਹੋ ਗਏ ਤੁਹਾਨੂੰ ਕਵਰ ਕਰਦਿਆਂ ਨੂੰ? 15 ਦਿਨ। ਆਪਾਂ ਪ੍ਰਸਤਾਵ ਦੀਆਂ ਗੱਲਾਂ ਕਰੀ, ਜਦੋਂ ਇੱਕ ਫੈਸਲਾ ਲੈ ਕੇ ਪੰਜਾਬ ਦਾ ਕਿਸਾਨ ਮਜ਼ਦੂਰ ਆਇਆ ਹੋਇਆ ਵੀ ਪ੍ਰਸਤਾਵ ਕੋਈ ਹੈ ਹੀ ਨਹੀਂ। ਇਹ ਬਤਾਓ ਵੀ ਇਹ ਜਿਹੜੇ ਬਿੱਲ ਨੇ ਤਿੰਨੋਂ ਕਾਨੂੰਨ ਦੇ, ਇਹਨਾਂ ਨੂੰ ਤੁਸੀਂ ਇੱਥੇ ਰੱਦੀ 'ਚ ਸਿੱਟਦੇ ਹੋ ਜਾਂ ਅਸੀਂ ਸਿੱਟੀਏ ਜਿਵੇਂ ਆਪਾਂ ਪੰਜਾਬ 'ਚ ਸਿੱਟੇ ਆ? ਪਰ ਮੈਨੂੰ ਇੱਕ ਗੱਲ ਦੱਸੋ, ਹੁਣ ਜਿਹੜੇ ਕਿਸਾਨ ਲੀਡਰ ਨੇ ਜਿਹੜੇ ਉਦਣ ਦੇ ਇਹ ਕਹਿ ਰਹੇ ਆ ਵੀ ਇਸ ਲੈਵਲ ਤੇ ਲੋਕ ਤਾਂ ਸ਼ਾਂਤੀ ਵੀ ਪ੍ਰਦਰਸ਼ਨ ਪੰਜਾਬ 'ਚ ਵੀ ਕਰ ਰਹੇ ਸੀ ਨਾ, ਉਰੇ ਵੀ ਕਰ ਸਕਦੇ ਸੀ। ਉਹਨੂੰ ਇਸ ਪਿੱਚ ਤੇ ਲਿਆਂਦਾ, ਮਰਨ ਮਰਾਉਣ ਤੇ ਗੱਲ ਖੜੀ ਕਰਤੀ। ਨਿਹੰਗ ਸਿੰਘ ਆਪਣੇ ਘੋੜੇ ਲਈ ਬੈਠੇ ਆ, ਤੀਰ ਲਈ ਬੈਠੇ ਆ। ਸਿੰਗਰ ਨੇ ਜਿਹੜੇ ਉਹ ਗਾਣਾ ਗਾ ਰਿਹਾ ਵੀ ਪੇਚਾ ਪੈ ਗਿਆ, ਕੋਈ ਕਹਿੰਦਾ ਦਿੱਲੀ ਦੀ ਗਰਦਨ ਫੜ ਲਈ। ਇਸ ਲੈਵਲ ਤੇ ਪਹੁੰਚਾਤਾ ਤੇ ਹੁਣ ਤੁਸੀਂ ਉਹ ਸਟੇਜਾਂ ਤੋਂ ਇਸ ਕਰਕੇ ਰਾਤ ਨੂੰ ਬੱਸਾਂ ਲੈ ਕੇ ਅਮਿਤ ਸ਼ਾਹ ਦੀ ਚਲੇ ਜਾਂਦੇ ਹੋ, ਕਦੇ ਪਿਊਸ਼ ਗੋਇਲ ਕੋਲ ਚਲੇ ਜਾਂਦੇ ਹੋ, ਕੀ ਕਰਨ ਜਾਂਦੇ ਹੋ? ਜਦੋਂ ਆਪਣਾ ਫੈਸਲਾ ਹੀ ਆ ਵੀ ਆਪਾਂ ਤਿੰਨੋਂ ਬਿੱਲ ਵਾਪਸ ਕਰਵਾਉਣੇ ਆ ਤੇ ਫਿਰ ਕਿਹੜੇ ਏਜੰਡਿਆਂ ਤੇ ਡਿਸਕਸ਼ਨ ਕਰਨੇ ਹੋ? ਕਿਹਨੂੰ ਕਦੇ ਯੈਸ ਨੂੰ ਦਿਖਾਉਂਦੇ ਆ, ਕਰਨ ਕੀ ਜਾਂਦੇ ਹੋ ਬੱਸਾਂ ਭਰ ਕੇ? ਤੁਸੀਂ ਕਹੋ ਭਾਈ ਆ ਬੈਠੇ ਆ ਸਾਡੇ ਕੋਲ ਇੰਨੇ ਲੱਖ ਲੋਕ, ਲੋਕਾਂ ਦੀ ਤਾਕਤ ਆ ਨਾ, ਤੇ ਤੁਹਾਡੇ ਕੋਲ ਵੀ ਬੱਸ ਲੈ ਕੇ ਸਾਡੇ ਕੋਲ ਆ ਜਾਓ। ਆ ਬੈਠੇ ਆ, ਕਿਹੜਾ ਬਾਰਡਰ ਆ, ਕੀ ਨਾਂ ਜਿਹੜੇ ਬੈਠੇ ਆ ਜਿਹੜੇ ਬਾਰਡਰ ਤੇ? ਸਿੰਘੂ ਬਾਰਡਰ। ਉੱਥੇ ਕਹਿਣ ਵੀ ਆ ਕੇ ਭਾਈ ਆ ਬੱਸ ਭਰ ਕੇ ਮੰਤਰੀ ਜੀ ਸਾਰੀ ਸਟਾਫ ਟਾਈਪਰਾਈਟਰ ਨਾਲ, ਕੰਪਿਊਟਰ ਵਾਲਾ ਨਾਲ ਆ ਕੇ ਉਰੇ ਇਹਨੂੰ ਛਾਪ ਦਿਓ ਵੀ ਰੱਦ। ਹੁਣ ਰਾਤ ਨੂੰ ਵੀ ਮੀਡੀਆ ਉਡੀਕਦਾ ਰਿਹਾ, ਕੋਈ ਦੂਜੀ ਸਟੇਟ ਦੇ ਲੀਡਰ ਮਿਲੇ, ਜਿਵੇਂ ਅੱਗੇ ਆਉਂਦੇ ਹੁੰਦੇ ਸੀ ਕੈਮਰਿਆਂ ਦੇ ਮੂਹਰੇ ਭੱਜ ਲੱਭੇ ਹੀ ਨਹੀਂ। ਕੱਲ ਬੱਸ ਵੀ ਨਹੀਂ ਲੱਭੀ, ਤੁਸੀਂ ਵੀ, ਤੁਹਾਨੂੰ ਵੀ ਪਤਾ ਨਹੀਂ ਕਿੱਧਰ ਬੱਸ ਨਹੀਂ ਲੱਭੀ। ਰਾਤ ਵੀ ਪੁੱਛ ਲਈਏ। ਉਦੋਂ ਬਾਅਦ ਅੱਜ ਮੈਂ ਹੁਣੀ ਚੈਨਲਾਂ ਤੇ ਦੇਖ ਰਿਹਾ ਸੀ ਅਤੇ ਮੋਬਾਈਲ ਤੇ ਬੈਠਾ ਉਰੇ ਕੋਈ ਮੀਡੀਆ ਵਾਲਾ ਇੱਕ ਪੀਲੇ ਰੰਗ ਦਾ ਵੱਡਾ ਸਾਰਾ ਸ਼ਟਰ ਆ ਜਿਹਦੇ ਅੰਦਰ ਵੜੇ ਹੋਏ ਨੇ, ਉਹ ਕਦੇ ਇੱਧਰੋਂ ਮੀਡੀਆ ਬਾੜ ਰਿਹਾ, ਕਦੇ ਉੱਤੋਂ ਐਗਜ਼ੌਸਟ ਫੈਨ ਵਾਲੀ ਜਗ੍ਹਾ 'ਚੋਂ ਲੱਭ ਰਿਹਾ। ਕਿਉਂ? ਲੁਕਾਉਣਾ ਕੀ ਆ? ਦੱਸੋ ਤਾਂ ਸਹੀ ਨਾ ਵੀ ਅੰਦਰ ਕਿਹੜੀ ਤੁਸੀਂ ਡਿਸਕਸ਼ਨ ਕਰਦੇ ਹੋ ਜਿਹੜੀ ਸਟੇਜ ਲੱਗੀ ਆ ਉੱਥੇ। ਬੜੇ ਪ੍ਰੋਜੈਕਟਰ ਲਾਓ ਉੱਥੇ, ਤੁਹਾਡੇ ਲਾਏ ਸਪੀਕਰ ਤਾਂ ਹੈਗੇ ਆ, ਕਾਰਡਲੈਸ ਮਾਈਕ ਆ ਜਿੱਤੇ ਭਾਸ਼ਣ ਦਿੰਦੇ ਉਦੋਂ ਦੇ। 30 ਜਾਣੇ 31 ਜਾਣੇ ਬਹਿ ਜਾਓ ਤੇ ਬਹਿ ਕੇ ਉੱਥੇ ਕੱਲਾ ਆਪਣਾ ਸੁਝਾਅ ਦਿਓ ਵੀ ਭਾਈ ਬਿਲਕੁਲ ਉੱਚੀ ਆਵਾਜ਼ 'ਚ ਵੀ ਤਿੰਨੋਂ ਬਿੱਦ ਕਾਨੂੰਨ ਰੱਦ, ਆ ਕਾਗਜ਼ ਅਸੀਂ ਪਾੜਿਆ। ਉੱਥੇ ਸਾਰਿਆਂ ਦੇ ਲੋਕਾਂ ਦੇ ਮੂਹਰੇ ਪੜਨ ਜਿਹੜਾ ਕਾਗਜ਼ ਭੇਜੇ ਆ ਉਹਨਾਂ ਨੇ। ਦੂਜਾ ਖੜਾ ਹੋਵੇ ਵੀ ਆ ਲੋ ਜੀ ਕਾਗਜ਼ ਪਾੜਿਆ, ਤੀਜਾ ਖੜਾ ਹੋਵੇ ਆ ਪਾੜੇ ਤੁਹਾਡੇ ਅਮੈਂਡਮੈਂਟ, ਤਿੰਨੋਂ ਦਿਨ ਵਾਪਸ ਲਾਓ ਤੇ ਇੱਥੇ ਆਓ ਸਾਡੇ ਕੋਲ। ਪਰ ਤੁਸੀਂ ਹੁਣ ਲੋਕਾਂ ਤੋਂ ਅੰਦਰ ਬੜੇ ਬੈਠੇ ਹੋ ਤੇ ਨਿਕਲਦੇ ਬਾਹਰ ਕਦੋਂ? ਯਾਰ ਪ੍ਰੈਸ ਕਾਨਫਰੰਸ ਕਰਨੀ ਹੁੰਦੀ ਹੈ, ਪ੍ਰੈਸ ਕਾਨਫਰੰਸ ਦੇਖੋ ਫਿਰ ਕਿਵੇਂ ਇੱਕ ਦੂਜੇ ਤੋਂ ਮਾਈਕ ਫੜਦੇ ਆ। ਹੁਣ ਨਹੀਂ, ਅਸੀਂ ਆ ਇਸੇ ਕਰਕੇ ਆ ਲਾਇਆ ਸੀ, ਆ ਨਾਕਾ ਇਸੇ ਕਰਕੇ ਲਾਇਆ ਵੀ ਇਹ ਸਰਕਾਰ ਦੇ ਵੀ ਤੇ ਇਹਨਾਂ ਤੇ ਵੀ ਚੈੱਕ ਰੱਖੂ। ਹੁਣ ਕੋਈ ਭੱਜਣ ਨਹੀਂ ਦੇਣਾ ਕਿਸੇ ਨੂੰ। ਹੁਣ ਲੋਕ ਇਸ ਵੇਲੇ ਨਾ ਭੱਜਣ ਦੇਣਗੇ ਤੇ ਲੋਕ ਇਸ ਤਰੀਕੇ ਨਾਲ ਤਿਆਰ ਬੈਠੇ ਆ। ਮੈਂ ਰੋਜ਼ ਜਿਹੜੇ ਮੀਡੀਆ ਵਾਲੇ ਉੱਥੇ ਗੱਲ ਕਰਦਾ ਉਹਨਾਂ ਨਾਲ, ਤੁਹਾਡੇ ਨਾਲ ਗੱਲ ਕਰਦਾ ਵੀ ਲੋਕ ਕਿਸੇ ਲੀਡਰ ਦੇ ਨਾਲ ਨਹੀਂ, ਕਿਸੇ ਹੋਰ ਸੁਣ ਲਓ, ਲੀਡਰ ਉਹ ਹੁੰਦਾ ਜੇ ਮੈਂ 5000 ਬੰਦਾ ਲੈ ਕੇ ਆਵਾਂ ਤੇ ਜੇ ਮੇਰੇ ਕਹਿਣ ਦੇ ਵਿੱਚ ਮੇਰਾ ਨਾਲ ਆਇਆ ਬੰਦਾ ਗੱਲ ਨਾ ਮੰਨੇ ਤੇ ਫਿਰ ਮੈਂ ਲੀਡਰ ਕਹਾਉਣ ਦੇ ਹੱਕਦਾਰ ਨਹੀਂ ਗਾ। ਇਹਨਾਂ ਦੇ ਕਹੇ ਤੇ ਅੱਜ ਜੇ ਕਿਸੇ ਨੂੰ ਸਮਝਾਉਣ ਵੀ ਇਹਨਾਂ ਦੇ ਕਹੇ ਕੋਈ ਸਮਝੂ, ਇਹਨਾਂ ਨੂੰ ਪੁੱਛ ਲਿਓ, ਕੁਐਸਚਨ ਕਰ ਲਿਓ ਵੀ ਤੁਸੀਂ ਜਿਹੜੇ ਇਹ ਲੋਕ ਬੈਠੇ ਆ, ਜੇ ਤੁਸੀਂ ਇਹਨਾਂ ਨੂੰ ਕਹੋਗੇ
ਵੀ ਆਪਾਂ ਵਾਪਸ ਚੱਲੀਏ, ਆਪਾਂ ਕੱਲ ਨੂੰ ਫੇਰ ਆਵਾਂਗੇ, ਇਹਨਾਂ ਦੇ ਕਹੇ ਤੇ ਆ ਜਾਣਗੇ, ਕੋਈ ਮੰਨ ਜੂ ਇਹਨਾਂ ਦੀ ਗੱਲ। ਇਸ ਕਰਕੇ ਦੂਜੇ ਦਾ ਪੁੱਤ ਮਰਾਉਣਾ ਸੌਖਾ, ਬੜਾ ਸਵਾਦ ਆਉਂਦਾ ਦੂਜੇ ਦੇ ਲਹੂ ਡੁੱਲਦਾ ਦੇਖ ਕੇ। ਹੁਣ ਆਪ ਦੇ ਲਹੂ ਦੀ ਵਾਰੀ ਆ, ਹੁਣ ਆਪ ਦਾ ਇਮਤਿਹਾਨ ਦੇਣ ਦੀ ਵਾਰੀ ਆ। ਤੁਸੀਂ ਕਹਿੰਦੇ ਹੋ ਇਹਨਾਂ ਨੂੰ ਬਾਰਡਰ ਟਪਾਤੇ, ਇਹਨਾਂ ਨੂੰ ਤੁਸੀਂ ਪੁਲਿਸ ਦੇ ਡੰਡੇ ਪਵਾਤੇ, ਇਹਨਾਂ ਦੇ ਪਾਣੀ ਵਾਟਰ ਕੈਨਨ ਵੱਜੇ, ਇਹਨਾਂ ਦੇ ਪਰਚੇ ਦਰਜ ਹੋ ਗਏ। ਤੁਸੀਂ ਮੀਟਿੰਗਾਂ 'ਚ ਬੈਠੇ ਕਿਉਂ ਨਹੀਂ ਗਾਲਾਂ ਕੱਢਦੇ ਇਹਨਾਂ ਨੂੰ? ਤੁਸੀਂ ਕਿਉਂ ਨਹੀਂ ਇਹਨਾਂ ਨੂੰ ਗਲੋਂ ਫੜਦੇ ਵੀ ਭਾਈ ਰੋਜ਼ ਬੁਲਾ ਕੇ ਸਾਨੂੰ ਤੁਸੀਂ ਬੇਵਕੂਫ ਬਣਾ ਦਿੰਦੇ ਹੋ? ਖਬਰਦਾਰ ਜੇ ਸਾਨੂੰ ਸੱਦਿਆ, ਖਬਰਦਾਰ ਜੇ ਸਾਡੇ ਨਾਲ ਝੂਠ ਬੋਲਿਆ, ਕਿਉਂ ਸੁਣ ਕੇ ਇਹਨਾਂ ਦੀਆਂ ਚਾਹਾਂ ਪੀ ਕੇ, ਲੰਗਰ ਪੀ ਕੇ ਲੈ ਕੇ ਆਪਣੇ ਆ ਕੇ ਖਾ ਕੇ ਚਲੇ ਜਾਂਦੇ ਹੋ? ਤੁਹਾਨੂੰ ਇੱਕ ਦਿਨ ਨਹੀਂ ਪਤਾ ਵੀ ਕਿੰਨੀਆਂ ਮੌਤਾਂ ਹੋ ਰਹੀਆਂ ਉੱਥੇ, ਕਿੰਨੀਆਂ ਡੈਥ ਹੋ ਰਹੀਆਂ ਰੋਜ਼। ਜਿਹੜੇ ਕਿਸਾਨ ਵਿਚਾਰੇ ਬੀਪੀ ਕਿਸੇ ਨੂੰ ਕੁਛ ਆ, ਉਹ ਮਰ ਕੇ ਜਾ ਰਹੇ ਆ ਉੱਥੇ। ਉਰੇ ਲੋਕ ਜੇ ਲੈ ਕੇ ਆਏ ਹੋ ਤੇ 1-2 ਦਿਨ ਦੇ ਵਿੱਚ ਇਹ ਫੈਸਲਾ ਕਰੋ, ਅਗਲੀ ਰਣਨੀਤੀ ਤੈਅ ਕਰੋ। ਜੇ ਨਹੀਂ ਮੰਨਦੇ ਵੀ ਕੀ ਕਰਨਾ ਹੈ, ਨਹੀਂ ਦੱਸੋ ਵੀ ਭਾਈ ਅਸੀਂ ਆਹ ਜਿਹੜੇ ਬਿੱਲ ਨੇ ਇਹਨਾਂ ਨਾਲ ਸਹਿਮਤ ਆ, ਤੁਸੀਂ ਮੰਨ ਜਾਓ। ਦੋ ਹੀ ਗੱਲਾਂ ਨੇ ਹੁਣ। ਜੋ ਉਹਨਾਂ ਨੇ ਤੁਹਾਨੂੰ ਕਹਿਤਾ, ਜਾਂ ਤਾਂ ਉਹਨਾਂ ਨੂੰ ਕਹਿ ਦਿਓ ਵੀ ਸਮਝਾ ਦਿਓ ਸਾਰਿਆਂ ਨੂੰ ਵੀ ਬਿਲਕੁਲ ਇਹ ਆਪਣੇ ਲਈ ਸਹੀ ਗੱਲਾਂ ਨੇ, ਜੋ ਆਪਾਂ ਕਹਿੰਦੇ ਸੀ ਮੰਨ ਲਿਆ। ਇੱਕ ਬਿੱਲ ਦਾ ਜਿਹੜਾ ਕਾਗਜ਼ ਆ ਉਹ ਰਹਿ ਗਿਆ, ਬਾਕੀ ਸਾਰੀਆਂ ਗੱਲਾਂ ਜਿਹੜੀਆਂ ਆਪਣੀਆਂ ਪੂਰੀਆਂ ਹੋ ਗਈਆਂ, ਮੰਨ ਗਏ ਆਪਾਂ। ਬਿੱਲ ਦੀ ਜਿੱਤ ਤੇ ਆਪਾਂ ਨਾ ਕਰੀਏ ਸਰਕਾਰ ਦੀ, ਇੰਨੀ ਕੁ ਸਰਕਾਰ ਵੀ ਆਪਣੀ ਆ। ਜਾਂ ਕਿ ਉਹ ਵੀ ਬਿਲਕੁਲ ਇਹ ਆਪਣੇ ਨਾਲ ਧੋਖਾ ਕਰ ਰਹੇ ਆ, ਆਪਾਂ ਲੜਾਈ ਲੜਨੀ ਆ, ਗੱਲ ਬੰਦ ਤੇ ਬੈਠੇ ਰਹੋ, ਸਾਲ ਬੈਠੇ ਰਹੋ, 6 ਮਹੀਨੇ ਰਹੋ। ਵੀ ਭਾਈ ਸਰਕਾਰ ਜਿੱਦਣ ਤੇਰਾ ਮਨ ਕਰੂ 6 ਮਹੀਨੇ ਨੂੰ, ਸਾਲ ਨੂੰ ਸਾਡੇ ਨਾਲ ਗੱਲ ਕਰ ਲਿਓ, ਅਸੀਂ ਬੈਠੇ ਆ। ਸਾਡੇ ਕੋਲ ਲੰਗਰ ਦੀ ਕਮੀ ਨਹੀਂ, ਬੰਦਿਆਂ ਦੀ ਕਮੀ ਨਹੀਂ, ਡਿਊਟੀਆਂ ਸਾਂਭ ਕੇ ਆਈ ਜਾਵਾਂਗੇ, ਜਾਈ ਜਾਵਾਂਗੇ। ਪਰ ਇਹ ਰੋਜ਼ ਕੀ, ਅੱਜ ਖਬਰ ਆ ਰਹੀ ਆ ਵੀ ਅੱਜ ਗੱਲ ਮੁੱਕ ਜੂਗੀ, ਟੀਵੀ ਤੇ ਲੋਕਾਂ ਨੂੰ ਆਸ ਤੇ ਲਾਇਆ, ਅੱਜ ਚੱਲੇ ਨੇ ਕਿਸਾਨ। ਤੁਸੀਂ ਇੱਕ ਸਪਸ਼ਟ ਗੱਲ ਕਰ ਦਿਓ ਅੱਜ, ਜੇ ਤੁਸੀਂ ਲੀਡਰ ਹੋ, ਵੀ ਭਾਈ ਜਿੱਦਣ ਤਿੰਨੋਂ ਬਿੱਲ ਰੱਦ ਕਰੋਗੇ ਸਾਨੂੰ ਬੁਲਾਇਓ। ਜੇ ਤੁਸੀਂ ਵੀ ਕਿਸੇ ਕਰਮ ਦੇ ਹੋ ਤਾਂ ਉਹਨਾਂ ਚਿਰ ਜਾਇਓ ਨਾ। ਹੁਣ ਜੇ ਤੁਸੀਂ ਜਾਓਗੇ ਮੀਟਿੰਗਾਂ ਤੇ, ਫਿਰ ਰੋਜ਼ ਰੋਕ ਤੁਹਾਡੇ ਉਹ ਐ ਝਾਕੀ ਜਾਂਦੇ ਆ ਤੁਹਾਡੀ ਆਸ ਤੇ ਵੀ ਗਏ ਹੋਏ ਆ ਤੇ ਮੁਕਾ ਕੇ ਆਉਣਗੇ ਕੁਛ, ਫੇਰ ਬੱਸ 'ਚ ਉਤਰੇ ਆਉਂਦੇ ਆ। ਨਹੀਂ ਵੀ ਅਗਲੀ ਮੀਟਿੰਗ ਸੱਦ ਲਈ, ਕਿਉਂ ਜਾਂਦੇ ਹੋ ਮੀਟਿੰਗਾਂ ਤੇ ਜਦੋਂ ਉੱਥੇ ਕੋਈ ਫੈਸਲਾ ਹੀ ਨਹੀਂ ਹੋਣਾ? ਜਾਂ ਤੁਸੀਂ ਫਿਰ ਉਹਨਾਂ ਨਾਲ ਟਾਈਮ ਕੱਢ ਰਹੇ ਹੋ, ਜਾਂ ਮੰਨੇ ਹੋਏ ਆ ਅੰਦਰੋਂ। ਉਹਨਾਂ ਨੇ ਕਹਿ ਰਿਹਾ ਵੀ ਥਕਾਓ ਇਹਨਾਂ ਨੂੰ, ਬਿਠਾ 20 ਦਿਨ ਬਿਠਾਓ। ਹਜੇ ਅਖੀਰ 'ਚ ਜਿਹੜੀ ਗੱਲ ਕਰਨੀ ਆ ਉਹ ਅਮਿਤ ਸ਼ਾਹ ਨੇ ਕੱਲ ਕਰ ਲਈ ਹੈ ਇਹਨਾਂ ਨਾਲ। ਅਸਲੀ ਗੱਲ ਇਹਨਾਂ ਨੂੰ ਦੱਸਤੀ ਆ, ਇਹ ਮੰਨ ਗਿਆ, ਤਾਂ ਹੀ ਇਹ ਕੁਝ ਬੰਦੇ ਗਏ। ਕਿਉਂ ਅਗਰਾਹਾਂ ਨੂੰ ਛੱਡ ਕੇ ਗਏ ਆ? मैं इसी सवाल पे आ रहा हूँ बिट्टू साहब, मैं इसी सवाल पे आ रहा हूँ। आप भी इस मीटिंगों पर सवाल खड़े कर रहे हो। कल जोगिंदर सिंह उग्राहा है, उन्होंने भी सवाल खड़े किए हैं कि बीजेपी ऐसी मीटिंग करने से कहीं ना कहीं किसानों को बांट रही है। ਬਾਂਟ ਨਹੀਂ ਰਹੀ, ਵੰਡਤਾ। ਅੱਗੇ ਤਾਂ ਕਹਿੰਦੇ ਸੀ ਪੁੱਛ ਕੇ ਇੱਕ ਦੂਜੇ ਨੂੰ ਜਾਂਦੇ ਸੀ, ਕੱਲ ਕੋਈ ਇਹ ਨਹੀਂ ਟੈਲੀਫੋਨ ਕੀਤਾ ਵੀ ਜਦੋਂ ਅਗਰਾਹਾਂ ਦਿਖਿਆ ਨਹੀਂ ਬੈਠਾ ਨੁਮਾਇੰਦਾ, ਮੀਟਿੰਗ ਛੱਡ ਦਿੰਦੇ ਜਾਂ ਪੁੱਛਦੇ ਵੀ ਉਹਨੂੰ ਕਿਉਂ ਨਹੀਂ ਸੱਦਿਆ ਵੀ ਅਸੀਂ ਚੱਲੇ। ਅੱਜ ਹਰਿਆਣਾ ਵੀ ਭਰਾ ਏ, ਅੱਜ ਬਿਹਾਰ ਵਾਲਾ ਵੀ ਭਰਾ ਏ, 6 ਬੰਦੇ ਬਾਹਰਲੀਆਂ ਸਟੇਟਾਂ ਦੇ ਸੀ ਪੰਜਾਬ ਤੋਂ, ਤੇ ਫਿਰ ਪੰਜਾਬ ਦਾ ਇੱਕ ਬੰਦਾ ਜਿਹੜਾ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਦਾ ਕਿਉਂ ਛੱਡ ਕੇ ਗਏ ਹੋ? ਕੀ ਮਤਲਬ ਹੋਇਆ? ਇਹ ਤਾਂ ਦੱਸੋ। ਤੁਹਾਨੂੰ ਜਦੋਂ ਮੀਟਿੰਗ 'ਚ ਦਿਖ ਗਿਆ ਸੀ, ਤੁਸੀਂ ਉਹਨਾਂ ਨੂੰ ਫੋਨ ਕਰਦੇ ਜੀ ਜਾਂ ਆਓ, ਜਾਂ ਅਮਿਤ ਸ਼ਾਹ ਨੂੰ ਕਹਿੰਦੇ ਅਸੀਂ ਮੀਟਿੰਗ ਛੱਡ ਕੇ ਚੱਲੇ, ਜਾਂ ਸੱਦ ਉਹਨਾਂ ਨੂੰ। ਤੇ ਇਹਦਾ ਮਤਲਬ ਕੀ ਲਾਉਂਗੇ ਫਿਰ? ਕੀ ਲੋਕਾਂ 'ਚ ਪ੍ਰਭਾਵ ਜਾਊਗਾ ਇਹਦਾ? ਅਸੀਂ ਤਾਂ ਬੋਲੇ ਨਹੀਂ ਉਦਣ ਦੇ, ਪਰ ਸਾਨੂੰ ਸਭ ਕੁਝ ਪਤਾ ਸੀ ਵੀ ਕੀ ਹੋ ਰਿਹਾ, ਅਸੀਂ ਜਾਣਦੇ ਹਾਂ ਸਭ ਨੂੰ। ਪਰ ਹਜੇ ਵੀ ਦੱਸ ਦਿਓ ਵੀ ਅਸੀਂ ਭਾਈ ਉਹ ਨਹੀਂ ਮੰਨ ਰਹੇ। ਹੁਣ ਲੋਕੋ ਤੁਸੀਂ ਤੈਅ ਕਰ ਲਓ ਵੀ ਕੀ ਕਰਨਾ। ਅੱਜ ਤੱਕ ਤਾਂ ਇਹ ਲੰਬੜਦਾਰੀ ਕਰ ਰਹੇ ਆ ਨਾ, ਇਹਨਾਂ ਤੋਂ ਰਿਜ਼ਲਟ ਨਿਕਲਿਆ ਨਹੀਂ ਕੋਈ। ਇਹ ਹੁਣ ਕਹਿ ਦੇਣ ਵੀ ਸਾਡੀ ਗੱਲਬਾਤ ਟੋਟਲ ਫੇਲ ਹੋ ਗਈ, ਸਾਡੇ ਤੇ ਆਸ ਨਾ ਰੱਖਿਓ। ਤੁਸੀਂ ਆਪਣਾ ਤੈਅ ਕਰ ਲਓ ਵੀ ਅਗਲਾ ਸੰਘਰਸ਼ ਨੂੰ ਕੀ ਲਾਈਨ ਦੇਣੀ ਆ। ਤੁਸੀਂ ਫੈਸਲਾ ਉਰੇ ਕਰ ਲਓ ਵੀ ਅਸੀਂ ਜਿੰਨਾ ਮਨਾਉਣਾ ਸੀ ਮਨਾ ਲੇ, ਜਿੰਨਾ ਕਰ ਸਕਦੇ ਥੱਕਦੇ। ਕਿਉਂ ਘਬਰਾਉਂਦੇ ਹੋ? ਕੋਈ ਈਡੀ ਛਾਪੇ ਨਹੀਂ ਮਾਰਦਾ ਤੁਹਾਡੇ। ਕਿਸਾਨ ਨੇ ਜਿਹੜੇ ਬਾਹਰੋਂ ਪੈਸੇ ਭੇਜੇ ਆ ਪੰਜਾਬੀਆਂ ਨੇ, ਉਹ ਆਪਣੀ ਮਰਜ਼ੀ ਨਾਲ ਭੇਜੇ ਆ। ਕਰੋੜਾਂ ਰੁਪਏ ਉਹ ਸਟੇਜਾਂ ਤੇ ਦੇ ਰਿਹਾ, ਰੋਜ਼ ਦੇ ਰਿਹਾ। ਫਿਰ ਕਿਉਂ? ਮੈਨੂੰ ਤਾਂ ਲੱਗਦਾ ਦਬਕਾ ਮਾਰਤਾ ਅਮਿਤ ਸ਼ਾਹ ਨੇ ਵੀ ਈਡੀ ਦੇ ਭਾਈ ਤੁਹਾਡੇ ਖਾਤੇ ਚੈੱਕ ਕਰੂਗੀ, ਇਨਕਮ ਟੈਕਸ ਖਾਤੇ ਚੈੱਕ ਕਰੂਗੀ, ਤਾਂ ਕਿਤੇ ਨਾ ਕਿਤੇ ਇਹ ਉਹ ਤੋਂ ਡਰਦੇ ਆ। ਪਰ ਮੈਨੂੰ ਨਹੀਂ ਲੱਗਦਾ ਇਹਨਾਂ ਤੋਂ ਇਹ ਤਿਲਾਂ 'ਚੋਂ ਕੋਈ ਤੇਲ ਨਿਕਲੂਗਾ। अच्छा बिट्टू साहब, मेरा आखिरी सवाल ये है कि लगातार जो किसान हैं वो धरने पर बैठे थे पंजाब में भी, आप भी दिल्ली में जब रेल बंद कर दी थी तो पीयूष गोयल से और वित्त मंत्री से आपने भी मुलाकात करने के लिए समय मांगा था। अब स्पेशल सेशन की मांग को लेकर आप बैठे हो, बीजेपी की पूरे घटनाक्रम पे मंशा क्या है आखिर? मंशा ये है भाई, जो बताते हैं भी मोदी अमित शाह जो उन्होंने अनाउंस कर दिया वो कभी वापस उन्होंने आज तक तो किया नहीं। ये अब ये सोच लें स्टेप क्या लेना है, हमें वो चीज़ बता दें। इनसे पहले गोली भी खाएंगे,
इनसे पहले शहादत दी भी देंगे। ये बता दें अब इन्होंने क्या करना है। उन्होंने तो साफ, कल कितने चैनल पे कितने मंत्री आए उनके, उतरे कि नहीं मंत्री उनके चैनलों पे, और साफ किया भी बिल वापस नहीं होंगे। अमित शाह से बड़ा तो कौन है बताओ? उसने इनको बुला के कल कह दिया भी बिल नहीं वापस होंगे। तो ये मुझे भी ये भी पता है भी अंदर क्या करके आए हैं, और देख लेते हैं 2 दिन। पर इससे अच्छा है ये बोल दें लोगों को भी जितना हम जोर लगा सके थे लगा लिया, हमारे बस का खेल नहीं है भाई। अब आप उनको अपनी ताकत दिखाओ। यहाँ शांतिमय, जब अग्रेसिव हो गए, जहाँ वायलेंट हो गए, उससे मत फिर तुम फेल हो गए उसी दिन। यहीं बैठ जाओ, लीडरों को कहो भी अपना अपना उस दिन और काम निपटा लें, और इनको कहें आपका 6 महीने बाद मन करेगा, 4 महीने के बाद करेगा। बहुत लोग हैं जो लंगर भेजने वाले, खाना भेजने वाले, बैठने वाले, हम जैसे लोग बैठे रहेंगे कितने दिन? 6 महीने, साल, कभी तो जागेंगे। तो बिल्कुल जिस तरीके से किसान संगठन जो है वो केंद्रीय मंत्रिमंडल, बीजेपी के नेता या केंद्रीय मंत्रिमंडल के साथ बैठक कर रहे हैं, तो उसके ऊपर सवाल खड़े कर रहे हैं। दिल्ली से कमल कुमार कंसल, नवोदय टाइम्स, पंजाब केसरी टीवी।